ਲੜੀਵਾਰ ਕਥਾ ਰਾਗ ਧਨਾਸਰੀ ਦੇ ਵਿੱਚ ਭਗਤ ਬਾਣੀ ਦੀ ਆਪਾਂ ਵਿਚਾਰ ਰਹੇ ਹਾਂ। ਕਬੀਰ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ ਪਿੱਛੇ ਵਿਚਾਰੇ ਨੇ। ਮਹਾਰਾਜ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੇ, ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਧਨਾਸਰੀ ਹੈ। ਬਾਣੀ ਭਗਤ ਨਾਮਦੇਵ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਅਕਾਲ ਪੁਰਖ ਇੱਕ ਅਦੁੱਤੀ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਤਿੰਨਾਂ ਕਾਲਾਂ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਸਤ ਹੈ। ਸਤ ਜੋ ਤਿੰਨਾਂ ਕਾਲਾਂ ਵਿੱਚ ਆਦਿ ਸੱਚ, ਜੁਗਾਦ ਸੱਚ ਹੈ, ਵੀ ਸੱਚ, ਨਾਨਕ ਹੋਸੀ ਵੀ ਸੱਚ, ਉਹ ਸੱਚ ਹੈ। ਗੁਰ ਸਤ ਗੁਰ, ਗੁਰ ਦਾ ਅਖਰੀ ਅਰਥ ਹੁੰਦਾ ਚੇਤਨ। ਜੋ ਚੇਤਨ ਸਰੂਪ ਹੈ, ਉਹ ਜੜ ਨਹੀਂ ਹੈ, ਉਹ ਸੁਣਦਾ ਵੀ ਹੈ ਤੇ ਵੇਖਦਾ ਵੀ ਹੈ ਤੇ ਗੁਰੂ ਰੂਪ ਹੋ ਕੇ ਬੋਲਦਾ ਵੀ ਹੈ, ਸੁਣਦਾ ਵੀ ਹੈ, ਵੇਖਦਾ ਵੀ ਔਰ ਬੋਲਦਾ ਵੀ। ਇਸ ਕਰਕੇ ਗੁਰ ਚੇਤਨ ਹੈ। ਪ੍ਰਸਾਦ, ਪ੍ਰਸਾਦ ਦਾ ਅਰਥ ਹੁੰਦਾ ਆਨੰਦ ਦਾ ਸਰੂਪ ਹੈ। ਪਰਮੇਸ਼ਰ ਦੇ ਸਰੂਪ ਵਿੱਚ ਆਨੰਦੋ ਆਨੰਦ ਕਣਾ। ਤੇਰਾ ਘਰ ਆਨੰਦ ਵਧਾਈ, ਤੋ ਉਹਦੇ ਸਰੂਪ ਦੇ ਵਿੱਚ ਹਮੇਸ਼ਾ ਹੀ ਆਨੰਦ ਹੈ। ਉਹ ਆਨੰਦ ਸਰੂਪ ਹੈ। ਗਹਿਰੇ ਕਰ ਕੈ ਨੀਵ ਖੁਦਾਈ, ਉਪਰ ਮੰਡਪ ਛਾਏ। ਨੀਆਂ ਡੂੰਘੀਆਂ ਡੂੰਘੀਆਂ ਕਰਕੇ ਪਟਾਉਂਦਾ, ਗਹਿਰੀਆਂ ਕਰਕੇ। ਵੀ ਮਕਾਨ ਜਿਹੜਾ ਬਣਾਉਣਾ ਹੈ, ਉਹਦੀ ਨੀਂਹ ਇੰਨੀ ਡੂੰਘੀ ਹੋਵੇ ਵੀ ਹਿੱਲੇ ਨਾ, ਭਾਵੇਂ ਜਿੰਨਾ ਮਰਜ਼ੀ ਭੁਚਾਲ ਆ ਜਾਏ, ਤੂਫਾਨ ਆ ਜਾਏ। ਔਰ ਜਦੋਂ ਨੀਂਹ ਖੁਦਾ ਲਈ, ਉਹਦੇ ਉੱਤੇ ਫਿਰ ਬੜੇ ਬੜੇ ਵਧੀਆ ਪੱਕੇ ਮੰਡਪ, ਮਹਿਲ ਮਾੜੀਆਂ ਬਣਾਏ ਤੇ ਉਸਾਰੇ। ਔਰ ਆਸ ਕਰਦਾ ਹੈ ਕਿ ਬਣੇ ਹੋਏ ਇਸ ਘਰ ਦੇ ਵਿੱਚ ਘੱਟੋ ਘੱਟ 100 ਸਾਲ ਦੀ ਮੇਰੀ ਮਨਿਆਦ ਹੋਵੇ ਤੇ ਮੈਂ ਰਹਾਂ। ਕਹਿੰਦਾ ਮੈਂ ਸਰੀਆ ਵੀ ਉਹ ਪਾਇਆ ਜਿਹੜਾ 100 ਸਾਲ ਦੀ ਮਨਿਆਦ ਹੈ, 100 ਸਾਲ ਬਾਅਦ ਇਹਦੀ ਮਨਿਆਦ ਖਤਮ ਹੋਵੇਗੀ। ਪਰ ਆਪਣੀ ਜ਼ਿੰਦਗੀ ਦੀ ਮਨਿਆਦ ਕਿਤਨੀ ਹੈ? ਕਿਤੇ ਮਨੁੱਖ ਨੇ ਇਸ ਗੱਲ ਦਾ ਚਿੰਤਨ ਕੀਤਾ ਹੈ? ਇਹਨਾਂ ਇਮਾਰਤਾਂ ਦੀ ਮਨਿਆਦ ਹੋਵੇਗੀ, ਇਹ ਕੁਝ ਸਮੇਂ ਤੱਕ ਰਹਿ ਸਕਦੀਆਂ ਨੇ, ਆਪਣਾ ਕੋਈ ਭਰੋਸਾ ਹੈ? ਕਈ ਵਾਰ ਬਣਾਉਣਾ ਪ੍ਰਾਰੰਭ ਕਰਦੇ ਨੇ, ਮਕਾਨ ਬਣ ਕੇ ਤਿਆਰ ਵੀ ਹੋ ਜਾਂਦਾ, ਮਾੜੀ ਮੋਟੀ ਤਿਆਰੀ ਰਹਿਣੀ ਹੁੰਦੀ ਹੈ, ਉਹਦੇ ਵਿੱਚ ਵਸਣਾ ਕਈਆਂ ਨੂੰ ਨਸੀਬ ਨਹੀਂ ਹੁੰਦਾ। ਪਹਿਲਾਂ ਹੀ ਸੋਹਿਲਾ ਪੜਿਆ ਜਾ ਚੁੱਕਾ ਹੁੰਦਾ। ਇਸ ਕਰਕੇ ਭਾਈ ਮਰਨੇ ਨੂੰ ਆਪਣੇ ਹਿਰਦੇ 'ਚ ਚੇਤੇ ਵਿੱਚ ਰੱਖਣਾ ਚਾਹੀਦਾ। ਬੰਦਾ ਕਹਿੰਦਾ ਗਹਿਰੀਆਂ ਕਰਕੇ ਨੀਹਾਂ ਪੁੱਟੋ, ਫਿਰ ਗਹਿਰੀਆਂ ਕਰਕੇ ਖੁਦਾਈ ਕਰਾ ਕੇ ਨੀਹਾਂ ਪੁਟਾ ਕੇ ਉੱਤੇ ਮੰਡਪ ਛਾਉਂਦਾ, ਮਹਿਲ ਮਾੜੀਆਂ ਉਸਾਰਦਾ। ਮਾਰ ਕੰਡੇ ਤੇ ਕੋ ਅਧਕਾਈ, ਜਿਨ ਤ੍ਰਿਣ ਧਰ ਮੂੰਡ ਬਲਾਏ। ਦੱਸੋ ਖਾਂ ਭਲਾ ਮਾਰ ਕੰਡੇ ਤੋਂ ਵੀ ਵੱਧ ਉਮਰ ਹੈ ਕਿਸੇ ਦੀ? ਮਾਰ ਕੰਡੇ ਤੇ ਕੋ ਅਧਿਕਾਈ, ਮਾਰ ਕੰਡੇ ਤੋਂ ਅਧਿਕਾਈ ਉਮਰ ਹੈ ਕਿਸੇ ਦੀ? ਵੱਧ ਉਮਰ ਹੈ। ਸਭ ਤੋਂ ਲੰਮੀ ਉਮਰ ਦਾ ਰਿਕਾਰਡ ਮਾਰ ਕੰਡੇ ਰਿਸ਼ੀ ਦੇ ਕੋਲ ਹੈ। ਹਜ਼ਾਰਾਂ ਸਾਲ ਲੰਮੀ ਉਮਰ ਹੋਈ ਮਾਰ ਕੰਡੇ ਰਿਸ਼ੀ ਦੀ। ਬਕਾਇਦਾ ਇੱਕ ਪੁਰਾਣ ਹੈ, ਮਾਰ ਕੰਡੇ ਪੁਰਾਣ। ਕਿਹਾ ਜਾਂਦਾ ਹੈ ਮਾਰ ਕੰਡੇ ਰਿਸ਼ੀ ਦਾ ਜਿਸ ਬ੍ਰਾਹਮਣ ਦੇ ਘਰ ਜਨਮ ਹੋਣਾ ਸੀ, ਇਹਦੇ ਜਨਮ ਤੋਂ ਪਹਿਲਾਂ ਉਹ ਬੇਔਲਾਦ ਥਾਂ ਬਰ ਥਾਂ ਭਟਕਦਾ, ਮਿੰਨਤਾਂ ਕਰਦਾ। ਕਈ ਸਾਲ ਵਿਆਹ ਨੂੰ, ਸ਼ਾਦੀ ਨੂੰ ਹੋ ਗਏ ਸਨ, ਘਰ 'ਚ ਔਲਾਦ ਨਹੀਂ ਸੀ। ਉਹਨੇ ਆਰਾਧਨਾ ਕੀਤੀ ਸ਼ਿਵ ਦੀ, ਇਹ ਪੁਰਾਣਕ ਕਥਾ ਹੈ। शिवा प्रसन्न होए, आख्या मंग, कहन लगा पुत्र दी दात दियो।
ਆਖਿਆ ਪੁੱਤਰ ਦੋ ਤਰ੍ਹਾਂ ਦੇ ਨੇ, ਤੂੰ ਦੱਸ ਕਿਸ ਤਰ੍ਹਾਂ ਦਾ ਚਾਹੀਦਾ। ਇੱਕ ਪੁੱਤਰ ਹੋਵੇਗਾ ਜਿਸ ਦੀ ਉਮਰ ਕੇਵਲ 20 ਬਰਸ ਦੀ ਹੋਵੇਗੀ, ਪਰ ਇੰਨੀ ਪ੍ਰਸਿੱਧੀ ਹੋਵੇਗੀ 20 ਸਾਲ ਦੀ ਉਮਰ ਵਿੱਚ ਕਿ ਉਹਦੇ ਕਰਕੇ ਤੂੰ ਜਾਣਿਆ ਜਾਏਗਾ। ਬੜਾ ਰੌਸ਼ਨ ਦਿਮਾਗ ਹੋਵੇਗਾ, ਬੜਾ ਸਦਾਚਾਰਕ ਜੀਵਨ ਹੋਵੇਗਾ। ਪਰ ਇੱਕ ਪੁੱਤਰ ਦੂਸਰਾ, ਉਹਦੀ ਉਮਰ ਤਾਂ ਲੰਮੀ ਹੋਵੇਗੀ ਪਰ ਉਹ ਹੋਵੇਗਾ ਸਧਾਰਨ ਜਿਹਾ ਹੀ, ਜਿਹੋ ਜਿਹਾ ਆਮ ਲੋਕ ਆਉਂਦੇ ਆ ਸੰਸਾਰ 'ਚ ਚਲੇ ਜਾਂਦੇ ਆ, ਨਾ ਕੋਈ ਜਾਣੇਗਾ ਨਾ ਪਛਾਣੇਗਾ ਤਿਸ ਨੂੰ। ਸਿਆਣਾ ਵਿਦਵਾਨ ਕਹਿਣ ਲੱਗਾ ਕਿ ਫਿਰ ਪੁੱਤਰ ਐਸਾ ਹੀ ਹੋਣਾ ਚਾਹੀਦਾ ਜਿਹੜਾ ਰੌਸ਼ਨ ਦਿਮਾਗ ਹੋਵੇ, ਉਮਰ ਭਾਵੇਂ ਉਹਦੀ ਥੋੜੀ ਹੈ, ਦੇ ਦਿਓ। ਜਨਮ ਹੋਇਆ, ਨਾਂ ਰੱਖਿਆ ਗਿਆ ਮਾਰਕੰਡਾ। ਵੱਡਾ ਹੋਇਆ ਛੋਟੀ ਉਮਰ ਵਿੱਚ ਹੀ ਇਤਨਾ ਰੋਸ਼ਨ ਦਿਮਾਗ, ਜੋ ਪੜ੍ਹੇ ਸਿੱਖ ਜਾਵੇ। ਬੜਾ ਵਿਸ਼ਾਲ ਦਾਇਰਾ, ਦਿਨਾਂ ਦੇ ਵਿੱਚ ਪੂਰੇ ਇਲਾਕੇ ਵਿੱਚ, ਫਿਰ ਦੇਸ਼ ਵਿੱਚ ਜਾਣਿਆ ਜਾਣ ਲੱਗ ਪਿਆ। ਜਿਵੇਂ ਹੀ 18-19 ਸਾਲ ਦੇ ਨੇੜੇ ਉਮਰ ਹੋਣ ਲੱਗੀ, ਪਿਓ ਨੂੰ ਚਿੰਤਾ ਹੋਣ ਲੱਗ ਪਈ। 20 ਸਾਲ ਦੀ ਉਮਰ ਇਹਦੀ ਪੂਰੀ ਹੋਣ ਵਾਲੀ, ਮਨ 'ਚ ਫਿਕਰ, ਹੁਣ ਕੀ ਕਰਾਂ। ਪਿਓ ਨੂੰ ਚਿੰਤਤ ਵੇਖ ਕੇ ਮਾਰਕੰਡਾ ਆਪਣੇ ਪਿਤਾ ਦਾ ਚਿਹਰਾ ਪੜ੍ਹ ਕੇ ਵੇਖ ਕੇ ਕਹਿਣ ਲੱਗਾ, ਪਿਤਾ ਜੀ ਕੀ ਗੱਲ ਹੈ, ਬੜੇ ਚਿੰਤਤ ਹੋ, ਫਿਕਰਮੰਦ ਹੋ। ਉਹਨੇ ਸਾਰੀ ਸਮੱਸਿਆ ਦੱਸੀ। ਆਹ ਸਮੱਸਿਆ, ਕਹਿੰਦਾ ਪਿਤਾ ਜੀ ਤਾਂ ਸਮੱਸਿਆ ਹੈ ਹੀ ਕੋਈ ਨਹੀਂ। ਸਮੱਸਿਆ ਹਮੇਸ਼ਾ ਉਹਨਾਂ ਲੋਕਾਂ ਲਈ ਹੁੰਦੀ ਹੈ ਜਿਨ੍ਹਾਂ ਦੇ ਦਿਮਾਗ ਵਿਕਸਿਤ ਨਹੀਂ ਹੁੰਦੇ, ਜਿਨ੍ਹਾਂ ਦੇ ਦਿਮਾਗ ਰੌਸ਼ਨ ਨਹੀਂ ਹੁੰਦੇ। ਜਿਨ੍ਹਾਂ ਦੇ ਦਿਮਾਗ ਰੌਸ਼ਨ ਨੇ ਉਹਨਾਂ ਲਈ ਤਾਂ ਕੋਈ ਵੀ ਸਮੱਸਿਆ ਹੋਵੇ ਉਹ ਸੁਲਝਾ ਲੈਂਦੇ। ਰੌਸ਼ਨ ਦਿਮਾਗ ਸੀ। ਉਸੇ ਵਕਤ ਕਹਿਣ ਲੱਗਾ, ਇੱਕ ਬੜਾ ਵੱਡਾ ਬ੍ਰਹਮ ਭੋਜ ਕਰੋ ਪਿਤਾ ਜੀ, ਜਿਸ ਵਿੱਚ ਦੁਨੀਆ ਭਰ ਦੇ, ਹਿੰਦੁਸਤਾਨ ਦੇ ਕੋਨੇ-ਕੋਨੇ ਚੋਂ ਵੱਡੇ ਵੱਡੇ ਤਪਸਵੀ, ਰਿਸ਼ੀ ਮੁਨੀ ਸਭ ਸੱਦੇ ਜਾਣ। ਬੁਲਾਇਆ ਗਿਆ, ਬੜੇ ਬੜੇ ਤਪਸਵੀ, ਮਹਾਪੁਰਸ਼, ਆਤਮ ਗਿਆਨੀ ਸਭ ਪਹੁੰਚੇ। ਮਾਰਕੰਡੇ ਦਾ ਨਾਮ ਵੀ ਸਤਿਕਾਰਤ ਸੀ। ਮਾਰਕੰਡਾ ਖੁਦ ਆਪਣੇ ਹੱਥੀਂ ਉਹਨਾਂ ਸਭ ਨੂੰ ਭੋਜਨ ਛਕਾਉਣ ਲੱਗਾ। ਅੱਗੇ ਪੱਤਲਾਂ ਰੱਖ ਦਿੱਤੀਆਂ ਨੇ ਜਾਂ ਕਿਸੇ ਵੀ ਪ੍ਰਕਾਰ ਦੇ ਬਰਤਨ ਰੱਖ ਕੇ ਬੜੀ ਫੁਰਤੀ ਦੇ ਨਾਲ ਭੋਜਨ ਛਕਾਉਂਦਾ। ਨਾਲ ਕੁਝ ਸਹਾਇਕ ਹਨ ਪਰ ਸੇਵਾਬੱਧ ਮਾਰਕੰਡਾ ਜੀ ਕਰ ਰਹੇ ਨੇ। ਹੱਥ ਧਵਾਉਣ ਵੇਲੇ ਸਭ ਦੇ ਹੱਥ ਧਵਾਉਣ ਦੀ ਜਿਹੜੀ ਜ਼ਿੰਮੇਵਾਰੀ ਉਹ ਮਾਰਕੰਡਾ ਜੀ ਨੇ ਲਈ। ਜਿਸ ਦੇ ਵੀ ਹੱਥ ਧਵਾਇਆ ਕਰਨ ਰੋਟੀ ਤੋਂ ਬਾਅਦ, ਪ੍ਰਸ਼ਾਦੇ ਤੋਂ ਬਾਅਦ, ਇਹ ਉਹਨਾਂ ਦੇ ਚਰਨਾਂ ਨੂੰ ਛੂਵੇ ਤੇ ਉਹ ਮਹਾਤਮਾ ਆਖੇ ਚਿਰੰਜੀਵੀ ਭਵ। ਫਿਰ ਕਿਸੇ ਦੂਸਰੇ ਮਹਾਤਮਾ ਲੈਣ ਲੱਗੀ ਹੋਈ ਹੈ, ਦੂਸਰੇ ਉਹਦੇ ਚਰਨਾਂ ਤੇ ਹੱਥ ਲਾਵੇ, ਉਹ ਵੀ ਆਖਣ ਚਿਰੰਜੀਵੀ ਭਵ। ਕਿੱਥੇ 20 ਸਾਲ ਦੀ ਉਮਰ ਹੀ, ਸਾਲ ਭਰ ਹੋਰ ਉਮਰ ਰਹਿ ਗਈ ਸੀ। ਪਰ ਉਹ ਰਿਸ਼ੀ ਮੁਨੀ ਤਪਸਵੀ ਸਾਰੇ ਸਾਧਕ ਸਨ। ਰਸਨਾ ਦੇ ਉੱਤੋਂ ਬੋਲੇ ਹੋਏ ਬੋਲ ਉਹਨਾਂ ਦੇ ਸਿੱਧ ਹੁੰਦੇ ਸਨ। ਸੈਂਕੜੇ ਰਿਸ਼ੀਆਂ ਮੁਨੀਆਂ ਤਪਸਵੀਆਂ ਨੇ ਸਭ ਨੇ ਕਿਹਾ ਚਿਰੰਜੀਵੀ ਭਵ, ਚਿਰੰਜੀਵੀ ਭਵ। ਤੇ ਦੁਨੀਆ ਦੀ ਸਭ ਤੋਂ ਵੱਧ ਉਮਰ ਦਾ ਰਿਕਾਰਡ ਮਾਰਕੰਡੇ ਰਿਸ਼ੀ ਦੇ ਹੱਕ ਵਿੱਚ ਆਇਆ। ਇਸ ਕਰਕੇ ਭਗਤ ਨਾਮਦੇਵ ਜੀ ਉਹਦੀ ਉਦਾਹਰਣ ਦੇ ਰਹੇ ਨੇ। ਮਾਰਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂਡ ਬਿਲਾਏ ਬਲਾਏ। ਮਾਰਕੰਡੇ ਤੋਂ ਵੱਧ ਉਮਰ ਹੈ ਕਿਸੇ ਦੀ? ਕਹਿੰਦੇ ਇੰਨੀ ਉਮਰ ਦਾ ਹੋਣ ਦੇ ਬਾਵਜੂਦ ਵੀ ਮਾਰਕੰਡੇ ਨੇ ਆਪਣੇ ਰਹਿਣ ਲਈ ਕੋਈ ਮਕਾਨ ਨਹੀਂ ਬਣਾਇਆ। ਉਹਨੇ ਕੀ ਰੱਖਿਆ ਸੀ? ਤ੍ਰਿਣ ਦਾ, ਘਾਹ ਦਾ ਇੱਕ ਛਪਰਾ ਜਿਹਾ ਰੱਖਿਆ, ਛਤਰੀ ਜੀ ਬਣਾ ਕੇ, ਛੱਜਾ ਜਿਹਾ। ਮਾੜੀ ਜੀ ਧੁੱਪ ਆਇਆ ਕਰੇ ਤਾਂ ਸਿਰ ਤੇ ਕਰ ਲਿਆ ਕਰੇ, ਬਦਲੀ ਆਇਆ ਕਰੇ ਤਾਂ ਸਿਰ ਤੇ ਕਰ ਲਿਆ ਕਰੇ। ਸੈਂਕੜੇ ਸਾਲ ਦੀ ਉਮਰ ਉਸ ਘਾਹ ਦੇ ਇੱਕ ਛੱਜੇ ਦੇ ਥੱਲੇ ਹੀ ਕੱਟ ਦਿੱਤੀ, ਉੱਥੇ ਬਤੀਤ ਕਰ ਦਿੱਤੀ। ਹਾਂਜੀ, ਹਮਰੋ ਕਰਤਾ ਰਾਮ ਸਨੇਹੀ। ਸਾਡਾ ਜਿਹੜਾ ਕਰਤਾ ਅਕਾਲ ਪੁਰਖ ਪਰਮੇਸ਼ਰ ਰਾਮ ਹੈ, ਮੇਰਾ ਉਹਦੇ ਨਾਲ ਸਨੇਹ ਹੈ, ਮੇਰਾ ਉਹਦੇ ਨਾਲ ਪ੍ਰੇਮ ਹੈ। ਕਾਹੇ ਰੇ ਨਰ ਗਰਭ ਕਰਤ ਹੋ,
ਬਿਨਸ ਜਾਏ ਝੂਠੇ ਦੇਹੀ। ਵਿਰਾਗਜਨਕ ਉਪਦੇਸ਼ ਦੇ ਰਹੇ ਨੇ ਭਗਤ ਨਾਮਦੇਵ ਜੀ। ਕਹਿੰਦੇ ਹੇ ਨਰ, ਕਾਹਦਾ ਹੰਕਾਰ ਕਰਦਾ, ਕਾਹਦੀ ਹਉਮੈ ਕਰਦਾ, ਕਾਹਦੀ ਹੈਂਕੜ ਚੁੱਕੀ ਫਿਰਦਾ, ਕਾਹਦੀ ਫੂੰ ਫੂੰ ਕਰਕੇ ਆਫਰਿਆ ਜਿਹਾ ਫਿਰਦਾ, ਜਿਵੇਂ ਹਵਾ ਦੇ ਨਾਲ ਕੋਈ ਭਰਿਆ ਬੁੱਲਾ ਜਿਹਾ ਫਿਰਦਾ, ਏਦਾਂ ਹੰਕਾਰ ਦੇ ਨਾਲ ਫੁੱਲਿਆ ਫੁੱਲਿਆ ਫਿਰਦਾ ਹੰਕਾਰ ਵਿੱਚ। ਕਾਹਦਾ ਹੰਕਾਰ ਕਰਦਾ? ਜਿਸ ਦੇਹੀ ਦਾ ਮਾਣ ਕਰਦਾ, ਬਿਨਸ ਜਾਏ ਝੂਠੀ ਦੇਹੀ। ਤੇਰੀ ਇਹ ਦੇਹ ਝੂਠੀ, ਇਹਨੇ ਇੱਕ ਦਿਨ ਬਿਨਸ ਜਾਣਾ, ਖਤਮ ਹੋ ਜਾਣਾ। ਰਹਾਉ ਮੇਰੀ ਕਰੋ ਕਰਤੇ, ਦੁਰਜੋਧਨ ਸੇ ਭਾਈ। ਉਦਾਹਰਣ ਦਿੰਦੇ ਨੇ ਵੀ ਏਡੇ ਵੱਡੇ ਰਾਜੇ ਨਹੀਂ ਰਹੇ। ਜਿਹੜਾ ਕਹਿੰਦਾ ਸੀ ਮੇਰੀ ਹੈ, ਆ ਵੀ ਜ਼ਮੀਨ ਮੇਰੀ, ਇਹ ਵੀ ਇਲਾਕਾ ਮੇਰਾ ਹੈ, ਰਾਜ ਮੇਰਾ, ਉਹ ਕਹਿਰੋਂ ਜੋ ਮੇਰੀ ਕਰਦੇ ਸੀ ਦੁਰਯੋਧਨ ਵਰਗੇ ਭਰਾਵਾ, ਉਹ ਜਿਹੜੇ ਦੁਰਯੋਧਨ ਵਰਗੇ ਕਹਿਰੋਂ ਉਹ ਮੇਰੀ ਕਰਦੇ ਸਨ। 12 ਜੋਜਨ ਛਤਰ ਚਲੈ ਥਾ, ਦੇਹੀ ਗਿਰਜ ਨਾ ਖਾਏ। ਉਹ ਦੁਰਯੋਧਨ ਜਦੋਂ ਮਹਾਭਾਰਤ ਦਾ ਜੰਗ ਹੋਇਆ ਨਾ, ਤੇ ਇਹਦੇ ਕੋਲ ਏਡੀ 18 ਕੂਣੀਆਂ ਫੌਜ ਸੀ। ਇੱਕ ਕੂਣੀ ਦੇ ਵਿੱਚ ਤਕਰੀਬਨ 20 ਲੱਖ ਦੇ ਨੇੜੇ ਤੇੜੇ, 18 ਲੱਖ ਦੇ ਨੇੜੇ ਬੰਦਾ ਹੁੰਦਾ। 18 ਕੂਣੀਆਂ ਇਹਦੀ ਫੌਜ ਸੀ। ਤੂੰ 18 ਕੂਣੀ ਫੌਜ ਦਾ ਮਾਲਕ ਦੁਰਯੋਧਨ, ਇਹ ਮੁਆਇਨਾ ਕਰਨ ਲਈ ਚੱਲਿਆ ਨਾ ਜਦੋਂ ਫੌਜ ਵੀ ਸਾਰੇ ਕਿੱਥੇ ਕਿੱਥੇ ਖੜੇ ਨੇ ਜੰਗ ਤੋਂ ਪਹਿਲਾਂ, ਕਿਉਂਕਿ ਸਾਰਿਆਂ ਦਾ ਕਮਾਂਡਰ ਸੀ। ਤੇ ਕਹਿੰਦੇ ਜਿਹੜਾ ਛਤਰ ਸੀ ਨਾ ਇਹਦੇ ਤੱਕ ਝੂਲਦਾ, ਜਿੱਥੇ ਤੱਕ ਇਹ ਫੌਜ ਦਾ ਮਾਲਕ ਸੀ, ਉਹਦੀ ਕੁੱਲ ਵਾਟ ਜਿਹੜੀ ਸੀ ਉਹ 12 ਜੋਜਨ ਸੀ। ਔਰ ਇੱਕ ਜੋਜਨ ਵਿੱਚ 4 ਕੋਹ ਹੁੰਦਾ, 12 ਚੌਕ 48 ਕੋਹ ਤੱਕ ਇਹਦੀ ਫੌਜ ਫੈਲੀ ਹੋਈ ਸੀ। ਜਦੋਂ ਮਰਿਆ ਤੇ ਕੀ ਹਾਲਤ ਹੋਈ? ਭਗਤ ਨਾਮਦੇਵ ਜੀ ਕਹਿੰਦੇ, ਜਿਹੜਾ ਕਹਿੰਦਾ ਸੀ ਮੇਰੀ, ਕ੍ਰਿਸ਼ਨ ਜੀ ਨੇ ਕਹਿ ਦਿੱਤਾ ਇਹਨਾਂ ਦੁਰਯੋਧਨ ਨੂੰ ਕਿ ਉਹ 5 ਭਰਾ ਨੇ, ਤੂੰ 5 ਪਿੰਡ ਹੀ ਦੇ ਦੇ ਉਹਨਾਂ ਨੂੰ ਰਹਿਣ ਨੂੰ। ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਾ ਦੇਉ ਇਹਨਾਂ ਨੂੰ। ਕ੍ਰਿਸ਼ਨ ਜੀ ਕਹਿੰਦੇ ਦੇ ਦੇ, ਤੇਰੇ ਭਰਾ ਹੀ ਨੇ। ਕਹਿੰਦਾ ਨਹੀਂ, ਮੇਰਾ ਰਾਜ ਹੈ, ਮੈਂ ਤਾਂ ਸੂਈ ਦੇ ਨੱਕੇ ਜਿੰਨੀ ਥਾਂ ਨਾ ਇਹਨਾਂ ਨੂੰ ਦਿਆਂ, ਤੂੰ 5 ਪਿੰਡਾਂ ਦੀ ਗੱਲ ਕਰਦਾ। ਤੇ ਕੀ ਹੋਇਆ? ਭਗਤ ਨਾਮਦੇਵ ਜੀ ਕਹਿੰਦੇ ਆ ਵੀ ਉਹਦੀ ਦੇਹ ਨੂੰ ਗਿਰਜਾਂ ਨੇ ਵੀ ਨਹੀਂ ਖਾਧਾ। ਕਿਉਂ ਨਹੀਂ ਖਾਧਾ ਗਿਰਜਾਂ ਨੇ? ਦੇਹ ਬਜਰਦੀ ਸੀ, ਐਸਾ ਕਿਹਾ ਜਾਂਦਾ। ਇਹ 2 ਮਹਾਂਪੁਰਖ ਇਸ ਪਾਠ ਨੂੰ 2 ਤਰੀਕੇ ਨਾਲ ਕਰਦੇ ਆ। ਮੁੱਖ ਪਾਠ ਦੇਹੀ ਗਿਰਜ ਨਾ ਖਾਈ, ਫਿਰ ਗਿਰਜਨ ਇਕੱਠਾ ਵੀ ਪਾਠ ਕਰਦੇ। ਇਸ ਕਰਕੇ ਗੁਰਬਾਣੀ ਨੂੰ ਅਗਾਧ ਬੋਧ ਕਿਹਾ। ਆਪਾਂ ਹਮੇਸ਼ਾ ਬਾਅਦ ਵਿੱਚ ਅਰਦਾਸ ਕਰਦੇ ਹਾਂ, ਮਹਾਰਾਜ ਅੱਖਰਵਾਦ ਘਾਟ ਭੁੱਲ ਚੁੱਕ ਖਿਮਾ ਕਰਨੀ। ਇਹ ਗੁਰੂ ਪਾਤਸ਼ਾਹ ਜਾਣਨ ਕਿ ਉਹ ਗਿਰਜਨ ਲਿਖਦੇ ਨੇ ਕਿ ਕਿਉਂਕਿ ਪਹਿਲਾਂ ਪੁਰਾਣੀਆਂ ਬੀੜਾਂ ਲੜੀਵਾਰ ਸਨ। ਮਹਾਰਾਜ ਜੀ ਦਾ ਜੋ ਇੱਥੇ ਪ੍ਰਕਾਸ਼ ਹੈ ਵੀ ਲੜੀਵਾਰ ਸਰੂਪ ਹੈ। ਲੜੀਵਾਰ ਇੱਕੋ ਡੰਡਾ ਬੀੜ ਵੀ ਕਹਿ ਦਿੰਦੇ ਸੀ ਪੁਰਾਣੀ ਬੋਲੀ ਵਿੱਚ। ਬਾਅਦ ਜਦੋਂ ਪਦਛੇਦ ਕੀਤੇ ਗਏ ਪਾਠ ਉਹ ਇੱਕੋ ਨਿਰਧਾਰਤ ਹੋਣ। ਜਦੋਂ ਪਦਛੇਦ ਕਰਨੇ ਸੀ ਤਾਂ ਸੁਭਾਵਕ ਹੈ ਨਿਰਧਾਰਤ ਹੋਣੇ ਸਨ। ਤੋ ਲੜੀਵਾਰ ਹੋਣ ਕਰਕੇ ਗਿਰਜ ਨਾ ਹੈ ਕਿ ਗਿਰਜਨ ਹੈ, ਦੋਵੇਂ ਪਾਠ ਮਹਾਂਪੁਰਸ਼ ਸੰਪਰਦਾਵਾਂ ਵਿੱਚ ਵਿਦਵਾਨ ਕਰਦੇ ਕਰਾਉਂਦੇ ਨੇ। ਕਈ ਕਹਿੰਦੇ ਗਿਰਜਨ ਖਾਈ ਕਿ ਦੁਰਯੋਧਨ ਦੀ ਜਿਹੜੀ ਕਾਇਆ ਸੀ ਉਹ ਗਿਰਜਾਂ ਨੇ ਖਾਧੀ। ਹਾਂਜੀ। ਸਰਬ सोन की लंका होते रावण से अधकाए। पढ़ना लाख करोरी बंद ना पर। ਹੁਣ ਉੱਥੇ ਬੰਦ ਨਾ ਤੇ ਕਈ ਗੁਟਕਿਆਂ 'ਚ ਤੁਸੀਂ ਪੜਿਆ ਹੋਵੇਗਾ ਲੱਖ ਕਰੋਰੀ ਬੰਧਨ ਪਰ ਹਰ ਕਾ ਨਾਮ ਜਪਤ ਨਿਸਤਰ। ਹੁਣ ਉੱਥੇ ਬੰਦ ਨਾ ਤੇ ਬੰਦ ਦੋਵੇਂ ਪਾਠ ਕੀਤੇ ਜਾਂਦੇ ਆ ਕਿ ਲੱਖਾਂ ਕਰੋੜਾਂ ਬੰਧਨ ਨਹੀਂ ਪੈਂਦੇ ਉਹਨਾਂ ਨੂੰ। ਜਦੋਂ ਕਹਾਂਗੇ ਬੰਦ ਨਾ ਪਰ ਨਹੀਂ ਪੈਂਦੇ ਉਹਨਾਂ ਨੂੰ, ਕਿਹਨਾਂ ਨੂੰ? ਜਿਹੜੇ ਹਰੀ ਦਾ ਨਾਮ ਜਪਦੇ ਨੇ। ਪਰ
पर जदों बंधन इकट्ठा कर दो, लखां करोड़ां बंधन पए होण, हरि दा नाम जपो, उन्हां तो निस्तारा हो जांदा, पार उतारा हो जांदा। तदे गुरबाणी नूं अगाध बोध कहा जांदा। दावा नहीं कोई कर सकदा जो मैं कह रहा है सही। आनंद लैना रस अपने भावां मुताबक गुरबाणी दे अमृत घुट्टां नूं पीना है। दावा नहीं करना मैं पूरा खोज लिया, मैं पूरा जान लिया, नहीं जान सकता। सर्व सोयन की लंका होती, रावण से अधकाई। अधकाई जिस रावण दी सारी लंका सोने दी सी, दसो भी ਉਹਦੇ ਤੋਂ ਵੱਡਾ ਧਨਵਾਨ ਜਿਹਨੇ ਆਪਣਾ ਸਾਰਾ ਦੇਸ਼ ਸੋਨੇ ਦਾ ਬਣਾ ਦਿੱਤਾ ਹੋਵੇ, ਉਹਦੇ ਤੋਂ ਵੱਡਾ ਕੋਈ ਰਾਜਾ ਹੋ ਸਕਦਾ? ਇੱਥੇ ਦਾ ਦੇਸ਼ ਦਾ ਸੋਨਾ ਹੋਵੇ ਚੁੱਕ ਕੇ ਵੇਚ ਦਿੱਤਾ ਜਾਂਦਾ ਰਾਜਿਆਂ ਵੱਲੋਂ, ਉਹ ਕਿੱਡਾ ਧਰਮੀ ਸੀ ਰਾਜਾ ਜਿਹਨੇ ਆਪਣੀ ਸਾਰੀ ਲੰਕਾ, ਸਾਰਾ ਰਾਜ, ਸਾਰਾ ਦੇਸ਼ ਸੋਨੇ ਦਾ ਬਣਾ ਦਿੱਤਾ ਸੀ। ਉਹਦੇ ਤੋਂ ਵੱਧ ਧਨਾੜ ਸ਼ਾਹੂਕਾਰ ਰਾਜਾ, ਭਲਾ ਉਹਦੇ ਤੋਂ ਵੱਧ ਉਮਰ ਵਾਲਾ, ਉਹਦੇ ਤੋਂ ਵੱਧ ਬਲਵਾਨ ਕਿਹੜਾ ਸੀ? ਕਹਾ ਪਇਓ ਦਰ ਬਾਂਦੇ ਹਾਥੇ, ਖਿਨ ਮਹਿ ਭਈ ਪਰਾਏ। ਕੀ ਹੋਇਆ? ਕਹਿੰਦੇ ਜਿਸ ਦੇ ਦਰਵਾਜ਼ੇ ਤੇ ਹਾਥੀ ਬੰਨੇ ਰਹਿੰਦੇ ਝੂਲਦੇ ਸਨ, ਘੋੜੇ ਹਿਣਕਦੇ ਸਨ, ਉਹ ਬੰਨੇ ਦੇ ਬੰਨੇ ਰਹਿ ਗਏ ਉੱਥੇ, ਤੇ ਇੱਕ ਛਿਨ ਦੇ ਵਿੱਚ ਸਭ ਕੁਝ ਪਰਾਇਆ ਹੋ ਗਿਆ। ਜਦੋਂ ਰਾਵਣ ਮਰਿਆ ਤੇ ਮਰਦਿਆਂ ਸਾਰਾ ਕੁਝ ਵਿਭੀਸ਼ਣ ਦਾ ਹੋ ਗਿਆ। ਇਹਦਾ ਭਰਾ ਸੀ ਵਿਭੀਸ਼ਣ, ਉਹ ਰਾਜਾ ਬਣ ਗਿਆ ਨਾ। ਪਹਿਲਾਂ ਇਹ ਸੀ, ਜਦੋਂ ਮਰਿਆ ਛਿਨ ਬਾਅਦ ਸਭ ਕੁਝ ਪਰਾਇਆ ਹੋ ਗਿਆ। ਉਹਦਾ ਮਾਲਕ ਵਿਭੀਸ਼ਣ ਬਣ ਗਿਆ। ਤਦੇ ਤੇ ਕਹਿੰਦੇ ਖਸਮ ਮਰੈ ਤੋ ਨਾਹਰ ਨਾ ਰੋਵੈ, ਉਸ ਰਖਵਾਰੋ ਔਰੋ ਹੋਵੈ, ਰਖਵਾਰੇ ਕਾ ਹੋਏ ਬਿਨਾਸ਼। ਇਹਾਂ ਨਰਕ ਆਗੈ ਭੋਗ ਬਿਲਾ, ਇਹਾਂ ਨਰਕ ਆਗੈ ਭੋਗ ਬਿਲਾਸ। ਤੋ ਕਹਿਣ ਤੋਂ ਭਾਵ ਉਸੇ ਵਕਤ ਸਾਰਾ ਕੁਝ ਉਸ ਰਾਵਣ ਲਈ ਬਗਾਨਾ ਹੋ ਗਿਆ, ਤੇ ਤੂੰ ਥੋੜਾ ਜਿਹਾ ਕੁਝ ਜੋੜ ਕੇ ਕਹੇ ਮੇਰਾ ਮੇਰਾ ਮੇਰਾ। ਤੂੰ ਰਾਵਣ ਤੋਂ ਵੱਡਾ, ਉਹਦੇ ਤੋਂ ਵੱਡਾ ਹੈ ਤੇ ਦੱਸ ਜਿਹਨੇ ਲੰਕਾ ਸਾਰੀ ਸੋਨੇ ਦੀ ਬਣਾ ਦਿੱਤੀ। ਭਗਤ ਨਾਮਦੇਵ ਜੀ ਕਟਾਕਸ਼ ਕਰਦੇ ਆ ਸਾਨੂੰ ਦੱਸਦੇ ਨੇ, ਦੁਰਵਾਸਾ ਸਿਓ ਕਰਤ ਠਗੌਰੇ, ਯਾਦਵ ਇਹ ਫਲ ਪਾਏ। ਦੁਰਵਾਸਾ ਰਿਸ਼ੀ ਬੜਾ ਕ੍ਰੋਧੀ ਰਿਸ਼ੀ ਸੀ ਦੁਰਵਾਸਾ। ਇਸ ਤਰ੍ਹਾਂ ਕਥਾ ਹੁੰਦੀ ਹੈ ਦੁਰਵਾਸਾ ਦੀ। ਕਲਗੀਧਰ ਜੀ ਨੇ ਕ੍ਰਿਸ਼ਨਾ ਅਵਤਾਰ ਵਿੱਚ 10ਵੇਂ ਪਾਤਸ਼ਾਹ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਕਥਾ ਲਿਖੀ ਹੈ। ਕਿਉਂਕਿ ਇੱਥੇ ਤਾਂ ਇਹੀ ਆ ਗਈ ਪੰਕਤੀ, ਦੁਰਵਾਸਾ ਸਿਉ ਕਰਤ ਠਗ। ਕਿਵੇਂ ਦੁਰਵਾਸਾ ਨਾਲ ਠਗੌਰੀ ਹੋਈ, ਉਹਦੀ ਵਿਆਖਿਆ ਕਿੱਥੇ ਪੜਾਂਗੇ? ਉਹ ਕਲਗੀਧਰ ਨੇ 10ਵੇਂ ਪਾਤਸ਼ਾਹ ਨੇ ਕਰ ਦਿੱਤੀ। ਇਸ ਕਰਕੇ ਸ੍ਰੀ ਦਸਮ ਬਾਣੀ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੀ ਨਹੀਂ ਹੈ, ਉਸੇ ਦਾ ਹੀ ਅੱਗੇ ਵਿਸਥਾਰ ਹੈ। ਦੁਰਵਾਸਾ ਰਿਸ਼ੀ ਦੇ ਨਾਲ ਯਾਦਵ ਕ੍ਰਿਸ਼ਨ ਜੀ ਦੇ ਅੱਗੇ ਜਿਹੜੇ ਪੁੱਤਰ ਪੋਤਰੇ ਸਨ, ਵੱਡਾ ਪਰਿਵਾਰ ਸੀ, ਉਹਨਾਂ ਨੇ ਇੱਕ ਅਨਦਾੜੀਆ ਬਾਲਕ ਸੀ, ਬੱਚਾ ਨਾਲ, ਹਲੇ ਦਾੜੀ ਨਹੀਂ ਸੀ ਆਈ ਉਹਦੀ, ਹੋਵੇਗਾ 15-16 ਸਾਲਾਂ ਦਾ, 17 ਸਾਲਾਂ ਦਾ। ਉਹਨੂੰ ਇਸਤਰੀਆਂ ਵਾਲੇ ਕੱਪੜੇ ਪਵਾਏ, ਢਿੱਡ ਦੇ ਨਾਲ ਉਹਦੇ ਮੂਸਲ ਬੰਨ੍ਹ ਦਿੱਤੀ ਲੋਹੇ ਦੀ, ਤੇ ਬੰਨ ਕੇ ਮੂਸਲ ਲੈ ਗਏ ਦੁਰਵਾਸਾ ਜੀ ਦੇ ਕੋਲ ਤੇ ਕਹਿਣ ਲੱਗੇ ਜੀ ਇਹ ਯਾਦਵਾਂ ਦੀ ਨੂੰਹ ਹੈ, ਦੱਸੋ ਇਹਦੇ ਉਦਰ ਤੋਂ, ਇਹਦੇ ਪੇਟ ਤੋਂ ਲੜਕਾ ਹੋਵੇਗਾ ਜਾਂ ਲੜਕੀ? ਤੇ ਦੁਰਵਾਸਾ ਕਹਿੰਦਾ ਤੁਸੀਂ ਸਤਿਪੁਰਸ਼ਾਂ ਨਾਲ, ਮਹਾਪੁਰਸ਼ਾਂ ਨਾਲ ਮਸ਼ਕਰੀਆਂ ਕਰਦੇ ਹੋ, ਸਾਧੂਆਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ, ਮਖੌਲ ਨਹੀਂ ਕਰੀਦੇ। ਠਗੌਰੀ ਦਾ ਮਤਲਬ ਮਖੌਲ, ਮਸ਼ਕਰੀ। ਸੰਤਨ ਸੇਤੀ ਮਸਕਰੀ, ਸਭ ਕੁਲ ਦੇਵੈ ਗਾਲ। ਰੱਬ ਦੇ ਪਿਆਰਿਆਂ ਨਾਲ ਕੀਤੀ ਮਸ਼ਕਰੀ ਕੁੱਲਾਂ ਗਾਲ ਕੇ ਰੱਖ ਦਿੰਦੀ। ਉਹਨਾਂ ਨਾਲ ਮਸ਼ਕਰੀ ਨਹੀਂ ਹੁੰਦੀ, ਉਹਨਾਂ ਨਾਲ ਹੱਥ ਜੋੜ ਕੇ ਬੇਨਤੀਆਂ ਹੁੰਦੀਆਂ। ਮਸ਼ਕਰੀ ਕਰਦੇ ਹੋ,
ਸੁਣੋ ਫਿਰ ਇਹਦੀ ਕੁੱਖ ਤੋਂ ਕੀ ਪੈਦਾ ਹੋਵੇਗਾ। ਇੱਕ ਐਸੀ ਚੀਜ਼ ਕੁੱਖ ਤੋਂ ਇਹਦੇ ਤੋਂ ਪੈਦਾ ਹੋਵੇਗੀ, ਤੁਹਾਡੇ ਸਾਰੇ ਯਾਦਵਾਂ ਦਾ ਨਾਸ਼ ਕਰ ਦੇਗੀ। ਇੱਕਦਮ ਸਾਰੇ ਭੈਭੀਤ ਭਗਵਾਨ ਕ੍ਰਿਸ਼ਨ ਜੀ ਕੋਲ ਆਏ। ਕ੍ਰਿਸ਼ਨ ਜੀ ਨੂੰ ਦੱਸਿਆ ਵੀ ਇਹ ਬਚਨ, ਉਹ ਕਹਿੰਦੇ ਉਹ ਤਾਂ ਹੁਣ ਹੋਵੇਗਾ ਹੀ। ਇਦਾਂ ਕਰੋ ਵੀ ਇਹ ਮੂਸਲ ਪੂਰੀ ਘਸਾ ਦਿਓ, ਸਾਰੀ ਖਤਮ ਕਰ ਦਿਓ, ਇਹਦਾ ਪਾਊਡਰ ਬਣਾ ਦਿਓ ਬਿਲਕੁਲ। ਜਿਉਂ ਬੈਠੇ ਪੱਥਰ ਦੇ ਉੱਤੇ ਦਰਿਆ ਕੰਢੇ ਰਗੜ ਰਗੜ ਕੇ ਪਾਊਡਰ ਜਿਹਾ ਜਦੋਂ ਬਣ ਗਿਆ, ਨਿੱਕੀ ਜੀ ਤਿੱਖੀ ਜੀ ਕਿੱਲੀ ਜੀ ਰਹਿ ਗਈ। ਕਹਿੰਦੇ ਹੁਣ ਇਹਦੇ ਨਾਲ ਕਿਹਨੇ ਮਰਨਾ। ਉਹ ਚੁੱਕ ਕੇ ਸੁੱਟ ਦਿੱਤੀ ਪਾਣੀ ਵਿੱਚ ਦਰਿਆ। ਉਹ ਮੱਛੀ ਨੇ ਨਿਗਲ ਲਈ। ਉਹ ਮੱਛੀ ਇੱਕ ਬਦਕ ਨੇ ਫੜੀ। ਜਦੋਂ ਉਹਨੇ ਪੇਟ ਚੀਰਿਆ ਤੇ ਉਹਦੇ ਵਿੱਚ ਉਹਨੇ ਆਖਿਆ ਤਾਂ ਬੜੀ ਵਧੀਆ ਤਿੱਖੀ। ਉਹਨੇ ਆਪਣੇ ਤੀਰ ਦੀ ਮੁਖੀ ਬਣਾ ਲਈ, ਉਹ ਤੀਰ ਦੇ ਅੱਗੇ ਲਾ ਲਈ। ਤੇ ਜਿਹੜਾ ਉਹ ਪਾਊਡਰ ਜਿਹਾ ਫੈਲਿਆ ਸੀ, ਉਹਦੇ ਚੋਂ ਇੱਕ ਇਹੋ ਜਿਹਾ ਸਰਕੰਡਾ ਪੈਦਾ ਹੋਇਆ, ਤਿੱਖੇ ਤਿੱਖੇ ਪੱਛਾਂ ਵਾਲਾ। ਇਹ ਸ਼ਰਾਬ ਪੀ ਕੇ ਜਦੋਂ ਉੱਥੇ ਪਹੁੰਚੇ ਨਾ, ਸ਼ਰਾਬ ਪੀ ਕੇ, ਸ਼ਰਾਬ ਦੇ ਨਸ਼ੇ 'ਚ ਧੁੱਤ ਹੋਏ, ਜੀਵਨ ਗਰਕ ਗਏ ਸਨ ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਹੋਏ। ਉੱਥੇ ਜਦੋਂ ਪਹੁੰਚੇ ਤੇ ਸ਼ਰਾਬ ਦੇ ਨਸ਼ੇ 'ਚ ਆਖਣ, ਇੱਕ ਦੂਜੇ ਨਾਲ ਗੱਲਾਂ ਕਰਦੇ। ਕਹਿੰਦੇ ਬ੍ਰਹਮਾ ਨੇ 7 ਸਮੁੰਦਰ ਬਣਾਏ ਨੇ, 8ਵਾਂ ਸਮੁੰਦਰ ਉਹਨਾਂ ਨੂੰ ਸ਼ਰਾਬ ਦਾ ਬਣਾਉਣਾ ਚਾਹੀਦਾ ਸੀ। ਸ਼ਰਾਬੀ ਇਹੀ ਕਹਿੰਦੇ ਆ ਨਾ ਵੀ 7 ਸਮੁੰਦਰ ਬਣਾਏ, ਐਡਾ ਪਾਣੀ ਭਰ ਦਿੱਤਾ ਸਾਰਿਆਂ 'ਚ, ਕੋਈ ਕੰਮ ਆਉਂਦਾ ਕਿਤੇ। ਇੱਕ 8ਵਾਂ ਬਣਾ ਦਿੰਦਾ ਸ਼ਰਾਬ ਦਾ ਤੇ ਅਸੀਂ ਤਾਂ ਆਨੰਦ ਲੈਂਦੇ। ਦੂਜਾ ਬੋਲਿਆ, ਕਹਿੰਦਾ ਉਹ ਬਾਹਮਣ ਸੀ, ਉਹਨੂੰ ਕੀ ਪਤਾ ਇਹ ਛਤਰੀਆਂ ਦੀ ਖੁਰਾਕ ਹੈ। ਆਪਸੀ ਬਹਿਸਬਾਜ਼ੀ ਹੋਈ ਆਪਸ 'ਚ ਸ਼ਰਾਬ ਦੇ ਨਸ਼ੇ 'ਚ। ਉੱਥੋਂ ਹੀ ਉਹ ਪੱਛ ਜੇ ਚੁੱਕ ਕੇ ਵੱਢ ਕੇ ਸਾਰਿਆਂ ਨੇ ਇੱਕ ਦੂਜੇ ਨੂੰ ਖਤਮ ਕਰ ਦਿੱਤਾ। ਰਹਿ ਗਏ ਇਕੱਲੇ ਭਗਵਾਨ ਕ੍ਰਿਸ਼ਨ ਜੀ। ਫਿਰ ਜਾਏ ਸੁੱਤਾ ਵਿਭਾਸ ਵਿੱਚ, ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ, ਵਿਭਾਸ ਕੁਛੇਤਰ ਹੈ। ਉੱਥੇ ਸਾਰੇ ਵੱਲੋਂ ਜਦੋਂ ਸਾਰੇ ਪੁੱਤਰ ਪੋਤਰੇ ਸਭ ਮਰ ਗਏ ਤੋ ਭਗਵਾਨ ਜੀ ਵਿਭਾਸ ਵਿੱਚ ਆ ਕੇ ਗੋਡੇ ਉੱਤੇ ਪੈਰ ਰੱਖ ਕੇ ਲੇਟ ਗਏ ਤੇ ਪੈਰ 'ਚ ਥੋੜੀ ਜਿਹੀ ਚਮਕ ਜੀ ਪਈ। ਬਦਕ ਨੇ ਵੇਖਿਆ ਵੀ ਹਿਰਨ ਚਮਕਦਾ ਹੈ। ਉਹਨੇ ਤੀਰ ਮਾਰਿਆ, ਉਹੀ ਮੁਖੀ ਜਿਹੜੀ ਉਸ ਮੂਸਲ ਦੀ, ਉਹ ਪੈਰ ਵਿੱਚ ਆ ਕੇ ਵੱਜਾ ਤੇ ਗੋਡੇ 'ਚ ਵਾਰ ਪਾਰ ਹੋ ਗਿਆ। ਉਸੇ ਕਾਰਨ ਭਗਵਾਨ ਕ੍ਰਿਸ਼ਨ ਜੀ ਆਪਣਾ ਸਰੀਰ ਤਿਆਗ ਗਏ। ਇਹ ਕਥਾ ਕਲਗੀਧਰ ਸਵਾਮੀ ਲਿਖਦੇ ਆ। ਟੂਕ ਮਾਤਰ ਇੱਕ ਪੰਗਤੀ 'ਚ ਭਗਤ ਨਾਮਦੇਵ ਜੀ ਨੇ ਇੱਥੇ ਇਹਦਾ ਜ਼ਿਕਰ ਕੀਤਾ। ਦੁਰਵਾਸਾ ਸਿਓ। ਹੁਣ ਕੋਈ ਆਖੇ ਜੀ ਹਿੰਦੂਆਂ ਦੀਆਂ ਕਹਾਣੀਆਂ ਸੁਣਾ ਰਹੇ ਹੋ, ਜੇ ਵਿੱਚ ਜ਼ਿਕਰ ਆਵੇਗਾ ਤੇ ਵਿਸਥਾਰ ਤਾਂ ਕਰਨਾ ਪਵੇਗਾ ਭਾਈ। ਕਹਾਣੀ ਭਾਵੇਂ ਹਿੰਦੂ ਧਰਮ ਨਾਲ ਸੰਬੰਧਿਤ ਹੈ, ਪਰ ਅਸਲੀਅਤ ਸਿਧਾਂਤ ਦਾ ਹੈ। ਵੀ ਸਿਧਾਂਤ ਕੀ ਲੈਣਾ ਕਿ ਰੱਬ ਦੇ ਪਿਆਰਿਆਂ ਨਾਲ ਮਸ਼ਕਰੀਆਂ ਨਹੀਂ ਕਰੀਦੀਆਂ। ਸਿਧਾਂਤ ਇਹ ਹੈ, ਸਿਧਾਂਤ ਇਸ ਨੂੰ ਗ੍ਰਹਿਣ ਕਰਨਾ ਕਿ ਵੇਖੋ ਰੱਬ ਦੇ ਪਿਆਰਿਆਂ ਨਾਲ ਕਿਸੇ ਮਹਾਂਪੁਰਸ਼ ਨਾਲ, ਗੁਰੂ ਪਾਤਸ਼ਾਹ ਨਾਲ ਮਸ਼ਕਰੀਆਂ ਨਹੀਂ ਚੱਲਦੀਆਂ। ਉੱਥੇ ਦਾ ਭਾਵਨਾ ਤੇ ਭੈ, ਇਹ ਦੋਵੇਂ ਚੀਜ਼ਾਂ ਹੋਣੀਆਂ, ਭੈ ਔਰ ਭਾਵਨਾ। ਤੋ ਦੁਰਵਾਸ਼ਾ ਦੇ ਨਾਲ ਠਗੌਰੀ ਕਰਦਿਆਂ ਵੇਖੋ ਯਾਦਵ ਇਹ ਫਲ ਪਾਏ। ਯਾਦਵਾਂ ਨੂੰ ਆਹ ਫਲ ਮਿਲਿਆ ਵੀ ਉਹ ਸਾਰੇ ਹੀ ਨਸ਼ਟ ਹੋ ਗਏ। ਕਿਰਪਾ ਕਰੀ ਜਾਣੇ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ, ਮੈਨੂੰ ਆਪਣੇ ਜਨ ਦੇ ਉੱਤੇ ਮੇਰੇ ਰੱਬ ਨੇ ਬੜੀ ਕਿਰਪਾ ਕੀਤੀ ਆ, ਬੜਾ ਹੀ ਤਰਸ ਕੀਤਾ ਮੇਰੇ ਸੁਆਮੀ ਨੇ। ਨਾਮਦੇਵ ਜੀ ਕਹਿੰਦੇ, ਮੈਂ ਤਾਂ ਹਰੀ ਦੇ ਗੁਣ ਗਾ ਰਿਹਾ, ਮੇਰੇ ਤੇ ਉਸਨੇ ਕਿਰਪਾ ਕੀਤੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਕਿਰਪਾ ਕਰੋ ਦੀਨ ਕੇ ਦਾਤੇ, ਕਿਰਪਾ ਕਰੋ ਦੀਨ ਕੇ ਦਾਤੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।